ਉਹ ਪਹਿਲਾਂ ਉਰਲੇ ਉਰਲੇ ਪਾਸੇ ਸੁਣਦੇ ਨੇ ਜਦੋਂ ਅਵਸਥਾਵਾਂ ਸ਼ੁਰੂ ਹੁੰਦੀਆਂ ਜੀਵ ਦੀਆਂ। ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘਾਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਤੰਤੀ ਸਾਜ ਸ਼ੁਰੂ ਵਿੱਚ ਸੁਣਨੇ ਆਰੰਭ ਹੁੰਦੇ ਨੇ ਅੰਦਰ। ਬੜਾ ਆਨੰਦ ਤਾਂ ਬੜਾ ਬਣਦਾ। ਸਿਆਣੇ ਦੱਸਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਇਹ ਜਾਪ ਹੁੰਦੇ ਨੇ, ਕਿਉਂਕਿ ਉਸ ਜਾਪ ਦੇ ਨਾਲ ਵਾਹਿਗੁਰੂ ਮੰਤਰ ਦੀ ਧੁਨੀ ਜਿਹੜੀ ਹੈ ਉਹ ਆਪਣੀ ਹੁੰਦੀ। ਇਹ ਵੀ ਦੋ ਤਰ੍ਹਾਂ ਦੇ ਵਾਜੇ ਵੱਜਦੇ ਨੇ। ਵਾਜੇ ਤਾਂ ਹੁਣ ਗਾਣੇ ਵਾਲੇ ਵੀ ਵਜਾਉਂਦੇ ਨੇ, ਉਹ ਗਾਣਾ ਗਾਉਂਦੇ ਨੇ। ਜੇ ਆਪਾਂ ਉੱਥੇ ਕਹੀਏ ਕਿ ਮੈਂ ਇੱਥੇ ਗਾਣੇ ਸੁਣਨੇ ਬਹਿ ਕੇ, ਆਪਣਾ ਉੱਥੇ ਜੀ ਨਹੀਂ ਲੱਗਣਾ, ਕਿਉਂਕਿ ਉਹ ਤਾਂ ਗਾਣੇ ਗਾਉਂਦੇ ਨੇ। ਵਾਜਾ ਤਾਂ ਉੱਥੇ ਵੱਜਦਾ, ਉੱਥੇ ਇਹਦੇ ਨਾਲੋਂ ਵੀ ਕਿਤੇ ਜ਼ਿਆਦਾ ਸਾਜ਼ ਵੱਜਦੇ ਨੇ ਗਾਇਕਾਂ ਦੇ ਕੋਲੇ, ਪਰ ਉੱਥੇ ਆਨੰਦ ਨਹੀਂ ਹੈ। ਪਰ ਜਿਹੜੇ ਹਿਰਦੇ ਦੇ ਅੰਦਰ ਵਾਜੇ ਵੱਜਦੇ ਨੇ, ਇੱਕ ਤਾਂ ਜੋਗੀਆਂ ਦੇ ਅੰਦਰ ਵਾਜੇ ਵੱਜਦੇ ਨੇ। ਜੋਗੀ ਜਿਹੜੇ ਨੇ ਉਹਨਾਂ ਦੇ ਹਿਰਦੇ 'ਚ ਵੱਜਦਾ ਤੰਤੀ ਸਾਜ਼, ਢੋਲਕੀ, ਛੈਣੇ, ਖੜਤਾਲਾਂ। ਇਸੇ ਪ੍ਰਕਾਰ ਜਿਵੇਂ ਘੜੇ ਦੇ ਉੱਤੇ ਚਮੜਾ ਬੰਨ੍ਹ ਕੇ ਵਜਾਉਂਦੇ ਨੇ, ਉਹ ਚੀਜ਼ ਵੱਜਦੀ ਹੈ। ਇਸ ਤਰ੍ਹਾਂ ਸਾਰੇ ਜਿਹੜੇ ਵਾਜੇ ਨੇ ਇਹ ਵੱਜਦੇ ਹਨ। ਪਰ ਇਹ ਹੁਣ ਜੇ ਆਪਾਂ ਕਹੀਏ ਕਿ ਇਕੱਲੇ ਇੱਥੇ ਰਾਗੀ ਬੈਠ ਜਾਣ ਆ ਕੇ, ਇੱਕ ਜਣਾ ਜੋੜੀ ਵਜਾਈ ਜਾਵੇ ਤੇ ਇੱਕ ਜਣਾ ਬਾਜਾ ਵਜਾਈ ਜਾਵੇ, ਇੱਕ ਜਣਾ ਪਿੱਛੇ ਕੋਈ ਇਲੈਕਟ੍ਰਿਕ ਸਾਜ਼ ਵਜਾਵੇ, ਭਾਵੇਂ 50 ਸਾਜ਼ ਲੈ ਕੇ ਰਾਗੀ ਬੈਠ ਜਾਣ, ਪਰ ਸ਼ਬਦ ਨਾ ਗਾਇਨ ਕਰਨ, ਤੁਸੀਂ ਸਾਰੇ ਖੜੇ ਹੋ ਕੇ ਕਹੋਗੇ ਭਾਈ ਸਾਹਿਬ ਇਹ ਕੀ ਹੋ ਰਿਹਾ? ਤੁਸੀਂ ਕੀਰਤਨ ਨਹੀਂ ਕਰ ਰਹੇ, ਨਾਲ ਸ਼ਬਦ ਨਹੀਂ ਪੜ੍ਹ ਰਹੇ, ਚੰਗੇ ਤੁਸੀਂ ਰਾਗੀ ਹੋ, ਅੱਧੇ ਘੰਟੇ ਤੋਂ ਟੈਂ ਲਾਈ ਤੁਸੀਂ। ਇਸੇ ਤਰ੍ਹਾਂ ਹੀ ਜਿਹੜੀ ਇਹ ਜੋਗੀ ਲੋਕ ਨੇ, ਇਹਨਾਂ ਦੇ ਅੰਦਰ ਕੱਲਾ ਹੀ ਵਾਜਾ ਵੱਜਦਾ ਹੈ। ਇਹ ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ। ਉਹ ਇਹਨੂੰ ਹੀ ਬੜੀ ਵੱਡੀ ਪ੍ਰਾਪਤੀ ਸਮਝਦੇ ਆ ਕਿ ਮੇਰੇ ਅੰਦਰ ਤੰਤੀ ਸਾਜ਼ ਵੱਜ ਪਿਆ। ਸਧਾਰਨ ਵਿਅਕਤੀ ਆਪਣੇ ਵਿੱਚ ਵੀ ਕਿਸੇ ਦੀ ਇਹੋ ਜਿਹੀ ਮਾੜੀ ਜਿਹੀ ਅਵਸਥਾ ਬਣ ਗਈ, ਆਪਾਂ ਵੀ ਪੂਰੇ ਪਟਿਆਲੇ ਨੂੰ ਦੱਸਣ ਦਾ ਯਤਨ ਕਰਾਂਗਾ ਮੈਨੂੰ ਤੰਤੀ ਸਾਜ਼ ਸੁਣਨ ਲੱਗ ਪਏ, ਮੇਰੇ ਅੰਦਰ ਢੋਲਕੀ ਸੁਣਦੀ ਮੈਨੂੰ। ਔਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਦਾ ਫਾਇਦਾ ਕੀ ਹੈ? ਗੁਰੂ ਅਮਰਦਾਸ ਜੀ ਕਹਿੰਦੇ ਦਾ ਫਾਇਦਾ ਕੀ ਹੈ? ਜਦੋਂ ਤੱਕ ਇਹਨਾਂ ਤੰਤੀ ਸਾਜ਼ਾਂ ਨਾਲ, ਇਸ ਢੋਲਕੀ ਨਾਲ ਜਾਪ ਸਿਮਰਨ ਸ਼ੁਰੂ ਨਹੀਂ ਹੁੰਦਾ, ਕਿਉਂਕਿ ਅਸੀਂ ਪਹਿਲਾਂ ਤੋਂ ਹੀ ਜਿਹੜੀ ਨੀਂਹ, ਜੋਗੀਆਂ ਨੇ ਨੀਂਹ ਆਪਣੀ ਗਲਤ ਰੱਖੀ ਹੈ। ਉਹਨਾਂ ਨੇ ਸਵਾਸ ਉੱਪਰ ਨੂੰ ਚੜਾਏ ਨੇ ਹਠ ਯੋਗ ਦੇ ਨਾਲ। ਕੱਲੇ ਸਵਾਸ ਉੱਪਰ ਚੜਾਉਣ ਦਾ ਕੀ ਫਾਇਦਾ? ਕਿਉਂਕਿ ਉਹਨਾਂ ਨੇ ਸਵਾਸ ਕੱਲੇ ਚੜਾਏ ਨੇ। ਸਤਿਗੁਰੂ ਨੇ ਸਾਨੂੰ ਕਿਹਾ ਕਿ ਸਵਾਸਾਂ ਨਾਲ ਸਿਮਰਨ ਜੋੜ ਕੇ ਚੱਲੋ। ਜਦੋਂ ਸਿਮਰਨ ਸਵਾਸਾਂ ਨਾਲ ਜੁੜ ਕੇ ਉੱਪਰ ਨੂੰ ਜਾਂਦਾ ਹੈ, ਜੇ ਉੱਥੇ ਕੋਈ ਸਾਜ਼ ਵੱਜਦੇ ਵੀ ਨੇ ਤਾਂ ਉਹ ਵਾਹਿਗੁਰੂ ਮੰਤਰ ਦੇ ਨਾਲ ਮਿਲ ਕੇ ਵੱਜਦੇ ਨੇ, ਇੱਕ ਮਿੱਠੀ ਧੁਨੀ ਪੈਦਾ ਹੁੰਦੀ। ਭਾਈ ਵੀਰ ਸਿੰਘ ਨੇ ਜਿਵੇਂ ਮਹਾਂਪੁਰਸ਼ਾਂ ਨੂੰ ਦੱਸਿਆ ਸੀ, ਕਹਿੰਦੇ ਮਹਾਰਾਜ ਜਦੋਂ ਮੈਂ ਕਾਰ ਚਲਾਉਣਾ ਹਾਂ, ਮੇਰੀ ਕਾਰ ਵਿੱਚੋਂ ਮੈਨੂੰ ਆਵਾਜ਼ ਆਉਂਦੀ ਧੰਨ ਨਿਰੰਕਾਰ ਤੂੰ ਹੀ ਨਿਰੰਕਾਰ, ਧੰਨ ਨਿਰੰਕਾਰ ਤੂੰ ਹੀ ਨਿਰੰਕਾਰ। ਇਸੇ ਤਰ੍ਹਾਂ ਹੀ ਗੁਰਮੁਖਾਂ ਪਿਆਰਿਆਂ ਨੂੰ ਜਿਹੜੇ 5 ਸ਼ਬਦ ਪ੍ਰਾਪਤ ਹੁੰਦੇ ਨੇ, ਸ੍ਰੇਸ਼ਟ ਸ਼ਬਦ ਪ੍ਰਾਪਤ ਹੁੰਦੇ ਨੇ, ਉਹ ਨਾਮ ਦੀ ਧੁਨੀ ਸੰਯੁਕਤ ਹੁੰਦੇ ਨੇ। ਘਰ ਸੁਭਾਗੈ ਸ਼ਬਦ ਵਾਜੇ, ਉਸ ਹਿਰਦੇ ਰੂਪੀ ਘਰ ਦੇ ਵਿੱਚ, ਭਾਗਾਂ ਵਾਲੇ ਘਰ ਦੇ ਵਿੱਚ ਨਾਮ ਦੇ ਸ਼ਬਦ ਵੱਜਦੇ ਨੇ। ਕਲਾ ਜਿਤ ਘਰ ਧਾਰਿਆ, ਜਿੱਥੇ ਜਿਸ ਘਰ ਦੇ ਵਿੱਚ ਤੁਸੀਂ ਆਪਣੀ ਨਾਮ ਰੂਪੀ ਕਲਾ ਸ਼ਕਤੀ ਨੂੰ ਧਾਰਨ ਕੀਤਾ, ਰੱਖਿਆ, ਉੱਥੇ ਹੀ ਇਹ ਵਾਜੇ ਵੱਜਦੇ ਨੇ। ਭਾਗਾਂ ਵਾਲਿਆਂ ਦੇ ਹਿਰਦੇ 'ਚ ਥੋੜਾ ਥੋੜਾ ਫਰਕ ਹੈ। ਜਿਹੜੇ ਤੇ ਆਮ ਜੀਵ ਨੇ ਸੰਸਾਰ ਦੇ ਅੰਦਰ, ਜਿਵੇਂ ਕਈ ਕਹਿਣਗੇ ਇਹ ਆਪਣੇ ਦਸਮ ਦਵਾਰ ਆਪਣੇ ਗੁਰੂ ਘਰ 'ਚ ਨਹੀਂ, ਇਹ ਜੋਗੀਆਂ ਦੀਆਂ ਗੱਲਾਂ ਨੇ, ਉਹਨਾਂ ਬੰਦਿਆਂ ਅੰਦਰ ਭੁਲੇਖਾ ਹੈ। ਚੀਜ਼ ਇੱਕੋ ਹੀ ਹੈ, ਚੀਜ਼ ਇੱਕੋ ਹੀ ਹੁੰਦੀ ਹੈ, ਜਾਣ ਜਾਣ ਦਾ ਫਰਕ ਹੁੰਦਾ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਦੁੱਖ ਮਹਾਤਮਾ ਵੀ ਭੋਗਦੇ ਨੇ, ਦੁੱਖ ਮਨਮੁਖ ਵੀ ਭੋਗਦਾ ਹੈ। ਦੁੱਖ ਤਾਂ ਬਰਾਬਰ ਹੀ ਆਉਂਦਾ ਹੈ। ਮਹਾਤਮਾ ਆਪਣੇ ਸਿਰ ਦੇ ਉੱਤੇ ਦੁੱਖ ਲੈ ਕੇ ਦੂਜੇ ਨੂੰ ਸੁੱਖ ਦਿੰਦੇ ਨੇ। ਉਹ ਇਸ ਤਰ੍ਹਾਂ ਦੁੱਖ ਭੋਗਦੇ ਨੇ ਕਿ ਦੂਸਰੇ ਸੁਖੀ ਹੋ ਜਾਣ, ਮੈਂ ਭਾਵੇਂ ਦੁਖੀ ਰਹਾਂ।
ਉਹ ਵੀ ਦੁੱਖ ਭੋਗਦੇ ਨੇ ਪਰ ਦੂਜੇ ਨੂੰ ਸੁਖੀ ਕਰਨ ਵਾਸਤੇ। ਤੇ ਮਨਮੁਖ ਲੋਕ ਦੁੱਖ ਭੋਗਦੇ ਨੇ, ਆਪ ਵੀ ਦੁਖੀ ਹੁੰਦੇ ਨੇ, ਦੂਜੇ ਨੂੰ ਵੀ ਦੁਖੀ ਕਰਦੇ ਨੇ। ਗੱਲ ਦਾ ਫਰਕ ਕੋਈ ਨਹੀਂ, ਮਨਮੁਖ ਤੇ ਗੁਰਮੁਖ ਦੇ ਸਰੀਰਕ ਆਕਾਰ ਵਿੱਚ ਕੋਈ ਫਰਕ ਨਹੀਂ ਹੈ। ਰੋਟੀ ਪਾਣੀ ਸਾਰਾ ਇੱਕ ਜੈਸਾ ਹੀ ਖਾਂਦੇ ਨੇ, ਸਵਾਸ ਇੱਕ ਜੈਸੇ ਲੈਂਦੇ ਨੇ, ਉਹਨਾਂ ਦੇ ਕਰਮ ਵਿੱਚ ਫਰਕ ਹੁੰਦਾ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਜੋਗੀ ਨੇ, ਜੋਗੀ ਜਿਹੜੇ ਨੇ ਉਹ ਆਪਣੇ ਅੰਦਰ ਸ਼ਬਦ ਵਜਾ ਲੈਂਦੇ ਨੇ। ਜਿਵੇਂ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਸੰਤੋਖਸਰ ਸਾਹਿਬ ਗੁਰਦੁਆਰਾ ਪ੍ਰਗਟ ਹੋਇਆ, ਮੱਠ ਵਿੱਚੋਂ ਜੋਗੀ ਨਿਕਲਿਆ, ਕਦੋਂ ਦਾ ਬੈਠਾ, ਬਾਬਾ ਬੁੱਢਾ ਜੀ ਨੇ 5 ਉਂਗਲਾਂ ਖੜੀਆਂ ਕਰਕੇ ਕਿਹਾ, ਜੋਗੀ ਵੱਲ ਇਸ਼ਾਰਾ ਕੀਤਾ, 5 ਉਂਗਲਾਂ ਖੜੀਆਂ ਕੀਤੀਆਂ। ਜੋਗੀ ਕਹਿੰਦਾ ਨਾ। ਸਾਰੀ ਸੰਗਤ ਕਹੇ ਬਾਬਾ ਜੀ ਇਹ ਕੀ ਗੱਲ ਪੁੱਛੀ ਤੁਸੀਂ ਇਹਨਾਂ ਨੂੰ? ਬਾਬਾ ਜੀ ਕਹਿੰਦੇ ਮੈਂ ਇਹਨੂੰ ਪੁੱਛਿਆ 5 ਬਸ ਕਰ ਲੈ? ਉਹ ਕਹਿੰਦਾ ਨਾ। ਸਤਿਯੁਗ ਦਾ ਬੈਠਾ ਜੋਗੀ ਦਸਮ ਦੁਆਰ ਦੇ ਵਿੱਚ ਸਵਾਸ ਚੜਾ ਕੇ ਉਹ ਤੋਂ 5 ਬਸ ਨਹੀਂ ਹੋਏ। ਇਹ 5 ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਸ ਨਹੀਂ ਹੁੰਦੇ। ਜੇ ਸਵਾਸ ਚੜਾਉਣ ਨਾਲ ਬਸ ਵਿੱਚ ਹੁੰਦੇ ਤਾਂ ਜੋਗੀ ਬ੍ਰਹਮ ਗਿਆਨੀ ਬਣ ਜਾਂਦੇ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆ ਕੇ ਗੋਰਖ ਨੂੰ ਉਪਦੇਸ਼ ਦਿੱਤਾ, ਮੰਗਲਨਾਥ ਚਰਪੜਨਾਥ ਨੂੰ। ਸਤਿਗੁਰੂ ਕਹਿੰਦੇ ਜਦ ਤੱਕ ਸ਼ਬਦ ਨਾਲ ਨਹੀਂ ਜੁੜਦਾ ਉਦੋਂ ਤੱਕ ਇਹ ਜਿੰਨੇ ਮਰਜ਼ੀ ਸਵਾਸ ਚੜਾਈ ਜਾਵੇ, ਜਿੰਨੇ ਮਰਜ਼ੀ ਵਾਜੇ ਵੱਜੀ ਜਾਣ। ਆ ਕਈ ਦੂਸਰੇ ਜਿਹੜੇ ਨਕਲੀ ਜਿਹਨੇ ਜਾਂ ਹੋਰ ਕਈ ਬਣੇ ਬੈਠੇ ਨੇ, ਇਹ ਲੋਕਾਂ ਨੂੰ ਕਹਿੰਦੇ ਆ ਮੈਂ ਤੁਹਾਨੂੰ ਅਨਹਦ ਸ਼ਬਦ ਸੁਣਾਉਣਾ। ਇਹ ਗੁੰਮਰਾਹ ਕਰਨ ਵਾਲੀ ਗੱਲ ਹੈ। ਅਨਹਦ ਸ਼ਬਦ ਜਿਹੜੇ ਸੁਣਾਉਂਦੇ ਨੇ ਉੱਥੇ ਕੋਈ ਖਾਸ ਉਹ ਗੱਲ ਫਿਰ ਬਣਦੀ ਨਹੀਂ। ਸ਼ਬਦ ਤਾਂ ਇਕੱਲੇ ਸੁਣ ਜਾਂਦੇ ਨੇ, ਆ ਵੀ ਮੈਂ ਤੈਨੂੰ ਵਾਜਾ ਸੁਣਾਉਣਾ। ਵਾਜਾ ਤਾਂ ਮੈਂ ਵੀ ਸੁਣਾ ਲੈਣਾ, ਮੈਂ ਵਜਾ ਲੈਣਾ ਵਾਜਾ, ਮੈਂ ਵੀ ਸੁਰਾਂ ਤੇ ਹੱਥ ਰੱਖੀ ਜਾਂਦਾ, ਪਰ ਮੈਨੂੰ ਸ਼ਬਦ ਨਹੀਂ ਗਾਉਣਾ ਆਉਂਦਾ, ਨਾ ਤਾਲ ਆਉਂਦਾ, ਨਾ ਮੈਨੂੰ ਗਿਆਨ ਹੈ। ਤੁਸੀਂ ਕਹੋਗੇ ਇਹ ਕੀ ਹੋਇਆ, ਬੱਚਿਆਂ ਵਾਂਗੂ ਵਾਜਾ ਵਜਾਈ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੇ 5 ਦੂਤ ਅਸਲ ਵਿੱਚ ਤਾਂ ਨਾਮ ਇਸ ਕਰਕੇ ਜਪਿਆ ਕਿ 5 ਦੂਤ ਵਸ ਵਿੱਚ ਕਰਨੇ ਨੇ। 5 ਦੂਤ ਤੁਧ ਵਸ ਕੀਤੇ, ਇਹ ਤਾਂ ਤੁਹਾਡੀ ਕਿਰਪਾ ਨਾਲ ਹੀ ਵਸ ਵਿੱਚ ਹੋਏ ਨੇ, ਮੇਰੇ ਜ਼ੋਰ ਨਾਲ ਵਸ ਵਿੱਚ ਨਹੀਂ ਆਉਂਦੇ। ਇਹ ਤਾਂ ਜਿਹੜੀ ਤੁਸੀਂ ਨਾਮ ਦੀ ਕਲਾ ਰੱਖੀ ਹੈ ਨਾ, ਸਾਡੇ ਅੰਦਰ ਨਾਮ ਦੀ ਕਿਰਪਾ ਕੀਤੀ ਹੈ। ਕਾਲ ਕੰਟਕ ਮਾਰਿਆ, ਜਿਹੜਾ ਕਾਲ ਸੀ ਕੰਟਕ ਦੁਖਦਾਈ ਕੰਡੇ ਵਾਂਗੂ, ਉਹ ਤੁਸੀਂ ਮਾਰਿਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਤੁਸੀਂ ਮਿਹਰ ਕੀਤੀ। ਕਿਉਂਕਿ ਤੀਜੇ ਪਾਤਸ਼ਾਹ ਜਦੋਂ ਬਾਣੀ ਉਚਾਰਨਗੇ ਉਹ ਉਹਨਾਂ ਦਾ ਹਮੇਸ਼ਾ ਜਿਹੜਾ ਸਰੂਪ ਪਾਠ ਕਰਦਾ ਹੈ, ਬਾਣੀ ਉਚਾਰਨ ਕਰਦਾ, ਉਹ ਆਪਣੇ ਤੋਂ ਪਹਿਲੇ ਸਰੂਪ ਵੱਲ ਜਾਂ ਪਹਿਲਿਆਂ ਸਾਰਿਆਂ ਸਰੂਪਾਂ ਵੱਲ ਇਸ਼ਾਰਾ ਕਰਦੇ ਨੇ। ਪਹਿਲੇ ਤੇ ਦੂਜੇ ਪਾਤਸ਼ਾਹ ਨੂੰ ਕਹਿੰਦੇ ਇਹ ਤਾਂ ਸੱਚੇ ਪਾਤਸ਼ਾਹ ਤੁਸੀਂ ਹੀ ਕਿਰਪਾ ਕੀਤੀ ਹੈ, 5 ਦੂਤ ਤੁਸੀਂ ਆਪ ਹੀ ਵਸ ਵਿੱਚ ਕੀਤੇ ਨੇ। ਕਾਲ ਕੰਟਕ ਮਾਰਿਆ, ਕਾਲ ਰੂਪੀ ਕੰਡਾ ਮਾਰ ਦਿੱਤਾ, ਖਤਮ ਕਰ ਦਿੱਤਾ। ਪਰ ਇਹ ਚੀਜ਼ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ। ਸਾਰੀ ਦੁਨੀਆ ਤੁਰੀ ਫਿਰਦੀ ਹੈ, ਧੁਰ ਕਰਮ ਪਾਇਆ ਤੁਧ ਜਿਨ ਕੋ। ਇਹ ਤਾਂ ਧੁਰੋਂ ਹੀ ਕਿਸੇ ਦੇ ਮਸਤਕ ਤੇ ਤੁਸੀਂ ਬਖਸ਼ਿਸ਼ ਕੀਤੀ ਹੈ। ਆਲਸ ਨੂੰ ਤਿਆਗ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹ ਬੈਠਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ, ਸੇ ਨਾਮ ਹਰਿ ਕੈ ਲਾਗੇ। ਉਹ ਹਰੀ ਨਾਮ ਨੂੰ ਜਪਣ ਵਿੱਚ ਲੱਗ ਜਾਂਦੇ ਨੇ ਜਿਨ੍ਹਾਂ ਦੇ ਮਸਤਕ ਤੇ ਧੁਰੋਂ ਆਪਾਂ ਜ਼ੋਰ ਲਾ ਹਟਦੇ ਹਾਂ, ਅਲਾਰਮ ਵੀ ਲਾ ਕੇ ਸੌਂਦੇ ਹਾਂ, ਸਭ ਕਰਦੇ ਹਾਂ। ਜਦ ਸਵੇਰ ਦਾ ਵੇਲਾ ਆਉਂਦਾ ਉਦੋਂ ਕਹਿੰਦੇ ਹੇ ਮਹਾਰਾਜ ਮੈਂ ਤਾਂ ਰਜਾਈ 'ਚ ਹੀ ਚੰਗਾ, ਮੈਂ ਨਹੀਂ ਉੱਠ ਸਕਦਾ। ਕਈ ਕਹਿੰਦੇ ਮੈਂ ਤਾਂ ਫਿਰ ਰਜਾਈ 'ਚ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ, ਬਸ ਨਹਾ ਨਹੀਂ ਮੈਂ ਸਕਦਾ। ਉਹ ਤੇਰੇ ਲਿਖਿਆ ਹੀ ਨਹੀਂ ਹੋਇਆ। ਜਦ ਤੇਰੇ ਲਿਖਿਆ ਨਹੀਂ ਹੋਇਆ, ਬਿਨਾਂ ਲਿਖੇ ਤੋਂ ਤੁਸੀਂ ਕੋਈ ਕੰਮ ਕਰਕੇ ਦੁਨੀਆ 40,000 ਤੋਂ ਕਿਵੇਂ ਮੰਗ ਸਕਦਾ? ਹਰ ਗੱਲ ਲਿਖਤੀ ਵਿੱਚ ਆਪਣੇ ਮੱਥੇ ਤੇ ਲਿਖਿਆ ਹੀ ਨਹੀਂ ਹੋਇਆ ਵੀ ਇਹਨੇ ਅੰਮ੍ਰਿਤ ਵੇਲੇ ਉੱਠਣਾ ਤੇ ਇਹਨੇ ਬਾਣੀ ਪੜ੍ਹਨੀ ਤੇ ਇਹਨੇ ਸਿਮਰਨ ਕਰਨਾ, ਲਿਖਿਆ ਨਹੀਂ ਹੋਇਆ। ਹੁਣ ਇਸੇ ਕਰਕੇ ਤਾਂ ਜੋੜੇ ਝਾੜਦੇ ਸੰਗਤ ਦੇ, ਇਸੇ ਕਰਕੇ ਸੇਵਾ ਕਰਦੇ ਆ, ਇਸੇ ਕਰਕੇ ਦਸਵੰਧ ਕੱਢਦੇ ਆ, ਇਸੇ ਕਰਕੇ ਮਿਹਨਤ ਮੁਸ਼ੱਕਤ ਕਰਦੇ ਆ, ਇਸੇ ਕਰਕੇ ਇੱਥੇ ਆ ਕੇ ਬੈਠੇ ਆ ਵੀ ਸਾਡੇ ਮੱਥੇ ਤੇ ਵੀ ਲਿਖ ਦਿਓ ਮਹਾਰਾਜ। ਜੇ ਉੱਥੇ ਨਹੀਂ ਲਿਖਦਿਆ ਤਾਂ ਇੱਥੇ ਲਿਖ ਦਿਓ। ਮੱਥਾ ਚੰਗੀ ਤਰ੍ਹਾਂ ਅੱਗੇ ਲਾ ਕੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੰਗੀ ਤਰ੍ਹਾਂ ਮੱਥਾ ਲਾ ਕੇ ਕਹੋ ਮਹਾਰਾਜ ਮੇਰਾ ਲੇਖ ਠੀਕ ਕਰ ਦਿਓ ਸੱਚੇ ਪਾਤਸ਼ਾਹ, ਮੈਂ ਇੱਥੋਂ ਸਵੇਰੇ ਉੱਠਿਆ ਨਹੀਂ ਜਾਂਦਾ, ਮੈਨੂੰ ਆਲਸ ਪੈ ਜਾਂਦਾ, ਮੇਰੇ ਕੋਲੋਂ ਸਿਮਰਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਭਾਈ ਧੁਰੋਂ ਜਿਵੇਂ ਲਿਖਿਆ ਹੋਇਆ ਉਹ ਤਾਂ ਫਿਰ ਆਪਾਂ ਵੀ ਬੇਨਤੀ ਕਰਾਂਗੇ ਧੁਰ ਕੀ ਬਾਣੀ ਆਈ। ਹੁਣ ਜਿਵੇਂ ਸੰਸਾਰੀ ਪ੍ਰਮਾਣ ਕਈ ਵਾਰ ਦੇਣਾ ਪੈਂਦਾ,
ਹੁਣ ਜਦ ਜਿਹੜਾ कोई भी चलो मुख्यमंत्री ला लो जी, वो जब इत्थे आउंदे भी इत्थे आके हुण जब उत्थों इत्थे आ गए इत्थे भी काम कर दिंदे आ। हुण जब वो इत्थे आ गए, हुण चंडीगढ़ जे आपां लभदे फिरीए भी सारा दिन संगत दर्शन तां इत्थे होने ने, ते चंडीगढ़ उत्थे लभदे फिरीए वो तां इत्थे आए होए ने, वो इत्थे काम करी जांदे ने सब दे। जद गुरु ग्रंथ साहिब धुर की बाणी इत्थे हुण आ गई है, हुण तुसीं कहो मैं सचखंड जाके लेख लिखा के लियाने, धुरां वाला खुद ही इत्थे आया होया, संगत दे रोज दर्शन करते ने, संगत नूं रोज दर्शन दिंदे ने। सवेरे 3 वजे, किते 1 वजे, किते 2 वजे, किते 5 वजे प्रकाश हो जाते, तो रात तक प्रकाश ही रहिंदे ने। आ जाओ भाई जिन्नियां ने आउणा, आ जाओ भाई, भंडारे साडे खुले ने, सब निधान 10 अष्ट सिधान ठाकुर कर तल धरिया। महाराज कहने मैं तली ते रखिया होया सारा कुछ, आ जाओ लै जाओ। महाराज कहने जिन्हां दे उत्ते किरपा हुंदी है उही नाम दे विच जुड़दे ने। कह नानक तह सुख होआ तित कर अनहद बाजे। धन गुरु अमरदास महाराज फरमाउंदे ने उत्थे आत्मक आनंद होया, उस हिरदे रूपी घर दे विच एक रस वाजे वजे ने, नाम दे वाजे, गुणां दे वाजे। उस हिरदे दे विच इह अनुभव हो जाता कि आनंद भया मेरी माए सत गुरु मैं पाया, उत्थे आनंद प्राप्त हो जाता है। और सतगुरु महाराज जी कहते हैं ये जिहड़ी आपां नूं देही मिली हुई है, देही जिहड़ी है जद तक परमेश्वर दे विच आपां लिव जोड़ के बैठते नहीं उदों तक देही दी कोई पुछ प्रतीत नहीं है। एवें ही सुधी ते निमाणी जी देही तुरी फिरदी है साडी। साची लिवे बिन देह निमाणी, सच्ची लिव जोड़े तो बिना ये साडी देही निमाणी जी है। निमाणा वो हुंदा जिन्हों कोई मान ना मिले, किते धक्के ही पैंदे होण हर जगह के उत्ते। वास्तव दे विच आपां ये समझदे मैनूं अहुदा मिल गया, कोई वड्डा अहुदा मिल जाए किसी नूं, जां अपने मकान सोहणे बना लेने, जां कोई साधन हो गए ने, ये गल नहीं हुंदी। ये तो फजूल दीयां गल्लां ने। तुसीं गल करो कि तुहानूं मान मिलिया कि नहीं, मान नहीं मिलिया। जद तक आपां नूं मान सत्कार अकाल पुरख दे दर तो नहीं मिलता उदों तक आपां निमाणे ही तुरे फिरदे हैं। जिस दिन सतगुरु ने आपां नूं नाम दा मान दे दिता, भगती दा सिरों पाव दे दिता, उदों आपां मान वाले बन जावांगे। जद गुरु अमरदास महाराज सच्चे पातशाह नूं ठेडा लग के महाराज डिग पे, गागर सिर ते रखी हुई है, उस वक्त जुलाही कहण लगी एवें तुरिया फिरदा नथावां, पुठा जा नां लैके कहंदी। गुरु अंगद देव महाराज ने जलाहे ते जलाही नूं बुला के सामने खड़े कर लिया। उस वक्त महाराज सच्चे पातशाह गुरु अंगद देव जी कहण लगे तुसीं इन्हां नूं निथावां कहा। गुरु अमरदास जी ने पहले पूछा इन्हां ने तुहानूं निथावां कहा। गुरु अमरदास जी का इन्ना सोहना जवाब है, फिर भी पिता रूप ने ना, ब्रह्म रूप ने, गलत जवाब नहीं दिंदे, ईर्खा वाला नहीं दिंदे, जीवां वाला जवाब नहीं दिंदे। कह सकते सी हाँ महाराज जी मैनूं इन्हां ने कहा इन्हां नूं नरकां नूं भेजो, परोपकारी की होए फिर सच्चे पातशाह। महाराज कहने महाराज जद तक जीव नूं हिरदे रूपी स्थान दे विच टिकाओ प्राप्त नहीं हुंदा, मन हिरदे रूपी घर च नहीं बैठदा, उदों तक जीव नथावां ही है, निमाणा ही है। जब हिरदे रूपी घर दे च टिकाओ हो गया तो जीव जिहड़ा है मान वाला हो जाता है, थां वाला हो जाता है। गुरु अंगद देव महाराज ने ये अपने मुख विच उन्हां दे बचन निकले, धन धन गुरु अमरदास महाराज तुसी धन हो, तुसी डोले नहीं, तुहाडी इन्नी परख नहीं, तुसी ये नहीं कहा भी हाँ इन्हां ने मैनूं नथावां कहा। महाराज जी उठ के खड़े हो गए, उस वक्त इशनान करवा के सोहणे वस्त्र पहना के गुरु अमरदास जी ने अपनी थां बिठा के मत्था टेक दिता, तुसी धन हो। क्यों? तुसी इन्हां दी शिकायत ही नहीं की। जे शिकायत तो तुसी तां करो तो थोड़े मन च ईर्खा होवे, तुसी तां सांझा साहिब बाप हमारा, तुसी तां मालक हो सारियां दे, साडे सांझे हो। देह निमाणी लेवै बाझों क्या करे बेचारिया। ये बेचारा जीव की कर सकता है, जी देही की कर सकती है, क्योंकि
लिव लगी तो बिना साडी देहियां ਜਿਹੜੀਆਂ ਤੁਰੀਆਂ ਫਿਰਦੀਆਂ ਨਿਮਾਣੀਆਂ ਦੇਹੀਆਂ ਵਿਚਾਰੀਆਂ ਕੋਈ ਮਾਣ ਸਤਿਕਾਰ ਨਹੀਂ ਮਿਲਦਾ। ਇੱਥੇ ਕੀ ਹੋ ਗਿਆ, ਕਿਸੇ ਨੇ ਆਪਣਾ ਮਾਣ ਸਤਿਕਾਰ ਕਰਤਾ, ਆਪਾਂ ਇੱਕ ਦੂਜੇ ਦਾ ਕਰੀ ਜਾਓ ਬਈ, ਭਾਵੇਂ ਸਿਹਰੇ ਪਾਓ, ਭਾਵੇਂ ਜਿੰਦਾਬਾਦ ਕਰੋ, ਭਾਵੇਂ ਜੋ ਮਰਜ਼ੀ ਕਰੋ, ਇਹਨੂੰ ਕੋਈ ਮਾਣ ਸਤਿਕਾਰ ਨਹੀਂ ਗਿਣਿਆ ਜਾਂਦਾ। ਮਾਣ ਸਤਿਕਾਰ ਤਾਂ ਉਦੋਂ ਗਿਣਿਆ ਜਾਂਦਾ ਜਦੋਂ ਧਰਮ ਰਾਜਾ ਸਾਡਾ ਸਤਿਕਾਰ ਕਰੂਗਾ, ਜਦੋਂ ਬੜੇ ਬੜੇ ਸਾਡਾ ਸਤਿਕਾਰ ਕਰਨਗੇ, ਜਦੋਂ ਪਰਲੋਕ ਵਿੱਚ ਸਾਨੂੰ ਸਤਿਕਾਰ ਮਿਲੇਗਾ, ਜਦੋਂ ਗੁਰੂ ਸਾਹਿਬ ਸਾਨੂੰ ਸਤਿਕਾਰ ਮਾਣ ਸਤਿਕਾਰ ਦੇਣਗੇ, ਭਗਤੀ ਦਾ ਸਿਰੋਪਾ ਬਖਸ਼ਿਸ਼ ਕਰਨਗੇ, ਜਦੋਂ ਸਾਡੀ ਲਿਵ ਲੱਗ ਜਾਵੇਗੀ ਪਰਮਾਤਮਾ ਦੇ ਵਿੱਚ। ਹੁਣ ਮਹਾਰਾਜ ਜੀ ਸਾਡੀ ਲਿਵ ਆਪਣੇ ਆਪ ਨਹੀਂ ਲੱਗਦੀ, ਅਸੀਂ ਤਾਂ ਰੋਜ਼ ਯਤਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਯਤਨ ਕਰਦੇ ਹਾਂ, ਲਿਵ ਨਹੀਂ ਜੁੜਦੀ। ਹੁਣ ਤਾਂ ਸਾਡੀ ਤੁਹਾਡੇ ਕੋਲ ਹੀ ਹੱਥ ਬੰਨ੍ਹ ਕੇ ਬੇਨਤੀ ਹੈ, ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਬਨ ਵਾਲੀ, ਬਨ ਜੰਗਲ ਦਾ ਵਾਲੀ, ਇਹ ਸੰਸਾਰ ਰੂਪੀ ਜੰਗਲ ਦਾ ਵਾਲੀ ਹੈ, ਬਗੀਚੇ ਦਾ ਵਾਲੀ, ਮਾਲਕ ਪਾਲਕ ਪ੍ਰਤਪਾਲਕ ਆਪ ਹੀ ਹੈ ਪਰਮੇਸ਼ਰ। ਬਨਵਾਰੀਆ ਉਹਦਾ ਨਾਮ ਹੀ ਹੈ। ਕਿਰਪਾ ਕਰ ਬਨਵਾਰੀਆ, ਇਹ ਸੰਸਾਰ ਬਾਗ ਦੇ ਮਾਲਕ ਤੁਸੀਂ ਹੀ ਕਿਰਪਾ ਕਰੋ। ਸਾਡੀ ਤਾਂ ਬਿਰਤੀ ਜੁੜਦੀ ਹੀ ਨਹੀਂ ਜਦ ਤੱਕ ਤੁਸੀਂ ਨਹੀਂ ਨਾ ਕਿਰਪਾ ਕਰਦੇ। ਚੱਲਦੇ ਪਾਣੀ ਵਿੱਚ ਇੰਜੀਨੀਅਰ ਜਿਹੜੇ ਨੇ ਚੱਲਦੇ ਪਾਣੀ ਵਿੱਚ ਪੁਲ ਬਣਾ ਦਿੰਦੇ ਨੇ, ਬੜਾ ਢੰਗ ਆ ਉਹਨਾਂ ਕੋਲੇ। ਚਾਰੇ ਪਾਸੇ ਇੱਕ ਲੋਹੇ ਦਾ ਖੜਾ ਕਰਕੇ ਪਾਈਪ ਜਾਂ ਵੱਡਾ ਚੌੜਾ, ਉਹ ਚੋਂ ਪਾਣੀ ਕੱਢ ਕੇ ਉਹ ਥਾਂ ਨੂੰ ਖਾਲੀ ਕਰਕੇ ਦਰਿਆ ਚੱਲਦਾ, ਉਹ ਚ ਡੂੰਘੀ ਥਾਂ ਪੱਟ ਕੇ ਉੱਥੇ ਥੰਮਲਾ ਖੜਾ ਕਰ ਦਿੰਦੇ ਨੇ। ਕਮਾਲ ਦੀ ਗੱਲ ਹੈ, ਚੱਲਦੇ ਦਰਿਆ ਵਿੱਚ ਪੁਲ ਬਣਾਉਣਾ ਕਿਹੜਾ ਸੌਖਾ। ਜਿੰਨਾ ਉਹ ਔਖਾ ਨਾ, ਇਸੇ ਤਰ੍ਹਾਂ ਹੀ ਚੱਲਦੇ ਹੋਏ ਵਹਿਣ ਵਿੱਚ ਮਾਇਆ ਵਿੱਚ ਰਹਿੰਦਿਆਂ ਹੋਇਆਂ ਆਪਣੀ ਲਿਵ ਬਿਰਤੀ ਜੁੜ ਨਹੀਂ ਸਕਦੀ ਜਦ ਤੱਕ ਸਤਿਗੁਰੂ ਰੂਪੀ ਇੰਜੀਨੀਅਰ ਆ ਕੇ ਸਾਡੇ ਅੰਦਰੋਂ ਇੱਛਾਵਾਂ ਨੂੰ ਦੂਰ ਨਹੀਂ ਕਰਦੇ, ਮਾਇਆ ਨੂੰ ਰੋਕਦੇ ਨਹੀਂ ਹੈ। ਜੀ ਤੇ ਕਿਰਪਾ ਕਰ ਦੇਣ। ਅੱਗੇ ਚੱਲ ਕੇ ਨਹੀਂ ਕਹਿੰਦੇ ਗੁਰਪ੍ਰਸਾਦੀ ਜਿਨ੍ਹਾਂ ਲਿਵ ਲੱਗੀ, ਇਹ ਉਹੀ ਲਿਵ ਹੈ ਜਿਹੜੀ ਹੁਣ ਕਹਿੰਦੇ ਨੇ ਤਿੰਨੇ ਵਿੱਚੇ ਮਾਇਆ ਪਾਇਆ। ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ, ਉਹਨਾਂ ਨੇ ਮਾਇਆ ਦੇ ਵਿੱਚ ਰਹਿੰਦਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਤੁਹਾਡੇ ਤੋਂ ਬਿਨਾ ਕੋਈ ਸਮਰੱਥ ਨਹੀਂ ਹੈ ਮੇਰੇ ਮਾਲਕ, ਤੁਸੀਂ ਹੀ ਕਿਰਪਾ ਕਰਨੀ ਹੈ। ਅਸੀਂ ਮਨ ਨੂੰ ਟਿਕਾਉਣ ਲਈ ਸਮਰੱਥ ਨਹੀਂ ਹਾਂ। ਸਾਡਾ ਤਾਂ ਇੱਕ ਬਹਾਨਾ ਹੀ ਹੈ, ਸਾਡਾ ਤਾਂ ਸਭ ਕੁਝ ਕਟਪੁਤਲੀਆਂ ਦੀ ਤਰ੍ਹਾਂ ਹੈ। ਇਸ ਨਾ ਹੋਰ ਥਾਂ ਨਾਹੀਂ, ਇਹ ਨਿਮਾਣੀ ਦੇਹੀ ਨੂੰ ਹੋਰ ਕੋਈ ਥਾਂ ਵੀ ਹੈ ਨਹੀਂ। ਤੁਸੀਂ ਕਿਰਪਾ ਕਰੋ। ਸ਼ਬਦ ਲਾਗ ਸਵਾਰੀਆ, ਕਿਰਪਾ ਕਰਕੇ ਸ਼ਬਦ ਦੇ ਨਾਲ ਜੋੜ ਕੇ ਤੁਸੀਂ ਸਵਾਰ ਦਿਓ। ਨਾ ਤਾਂ ਸਾਤੋਂ ਕੁਝ ਨਹੀਂ ਹੁੰਦਾ ਜਦ ਤੱਕ ਆਪਣਾ ਆਪ ਨਹੀਂ ਛੱਡਦੇ ਆਪਾਂ, ਉਦੋਂ ਤੱਕ ਕੁਝ ਨਹੀਂ ਹੋਣਾ। ਜਦ ਤੱਕ ਇਸ ਅਵਸਥਾ 'ਚ ਨਹੀਂ ਆਉਂਦੇ ਵੀ ਮੇਰੇ ਹੱਥ ਖੜੇ ਮਹਾਰਾਜ ਮੈਥੋਂ ਕੁਝ ਨਹੀਂ ਹੁੰਦਾ, ਮੈਂ ਤਾਂ ਆਪਣਾ ਜ਼ੋਰ ਲਾ ਲਿਆ। ਆਖਣ ਜ਼ੋਰ, ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਜਦੋਂ ਤੱਕ ਇੱਥੇ ਖੜਦੇ ਨਹੀਂ ਆ ਕੇ, ਉਦੋਂ ਤੱਕ ਮਹਾਰਾਜ ਕਹਿੰਦੇ ਲਾਈ ਜੋ ਵੀ ਆਪਣਾ ਜ਼ੋਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਇੱਕ ਲਿਵ ਲੱਗੀ ਤੋਂ ਬਿਨਾਂ ਇਹ ਵਿਚਾਰੀ ਦੇਹੀ ਕੀ ਕਰ ਸਕਦੀ ਹੈ। ਇਹ ਸੋਧੀ ਜੀ ਨਿਮਾਣੀ ਜੀ ਦੇਹੀ, ਇਹ ਜੀਵ ਦੀ ਦੇਹੀ, ਇਹ ਕੀ ਖਾਸ ਗੱਲ ਨਹੀਂ ਹੈ। ਦੇਹੀ ਇਤਨਕ ਲਾਗਾ ਠਨਕਾ ਕਿੰਨੀ ਕੁ ਹੈ, ਮਾੜਾ ਜਿਹਾ ਐਵੇਂ ਠੋਕਰ ਵਜੀ ਤਾਂ ਮਰ ਜਾਂਦਾ ਹੈ। ਇਸ ਜੀਵ ਦੀ ਕੋਈ ਕੀਮਤ ਨਹੀਂ ਉਦੋਂ ਤੱਕ ਪੈਂਦੀ ਜਦ ਤੱਕ ਇਹਦੇ ਹਿਰਦੇ 'ਚ ਨਾਮ ਦਾ ਵਾਸਾ ਨਹੀਂ ਹੁੰਦਾ। ਤਾਂ ਮਹਾਰਾਜ ਕਹਿੰਦੇ ਨਾਮ ਦਾ ਵਾਸਾ ਸਤਿਗੁਰੂ ਦੀ ਕਿਰਪਾ ਨਾਲ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕਰਨੀ ਹੈ। ਅੱਜ ਦੂਜ ਦਾ ਦਿਨ ਹੈ, ਕੱਲ ਏਕਮ ਸੀ, ਪਰਸੋਂ ਮੱਸਿਆ ਸੀ। 1765 ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਸਿਆ ਵਾਲੇ ਦਿਨ ਸ੍ਰੀ ਹਜੂਰ ਸਾਹਿਬ ਅਖੰਡ ਪਾਠ ਪ੍ਰਾਰੰਭ ਕਰਵਾਇਆ। ਇਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਗੁਲਖਾਂ ਉਹਨਾਂ ਨੇ ਬੱਖੀ ਛੁਰਾ ਮਾਰਿਆ, ਅੱਛੇ ਵੈਦ ਬੁਲਾਏ ਗਏ, ਟਾਂਕੇ ਜੋੜੇ ਗਏ। ਬਹਾਦਰ ਸ਼ਾਹ ਨੇ ਵੀ ਆਪਣੇ ਵੱਲੋਂ ਭੇਜੇ ਵੈਦ। ਇੱਕ ਅੰਗਰੇਜ਼ ਡਾਕਟਰ ਵੀ ਆਇਆ ਸੀ, ਉਹਨੇ ਬੜੇ ਸੋਹਣੇ ਢੰਗ ਨਾਲ ਟਾਂਕੇ ਲਾ ਵੀ ਦਿੱਤੇ। ਪਰ ਕੋਈ ਪ੍ਰੇਮੀ ਬਹੁਤ ਸੋਹਣੇ ਤੀਰ ਕਮਾਨ ਲੈ ਕੇ ਆਇਆ, ਨੌ ਟੰਕਾਰ ਦਾ ਧਨਕ।
वो तो चिल्ला नहीं किसी तो चढ़ता सी। 10वें पातशाह महाराज कहने लगे कोई भी नहीं है इन्ना, लियाओ असीं चढ़ाउने चिल्ला। जद महाराज ने तीर पा के विच खिंचिया तो एकदम सारे टांके टुट गए। टांके टुटन नाल सतगुरु महाराज कहने असल च भाई साडा समा आ गया। हुण सतगुरु महाराज सच्चे पातशाह ने अखंड पाठ जिथे हुण श्री तखत साहब का स्थान है, जिथे सुंदर सोहने शस्त्र पए ने, इत्थे ही महाराज ने श्री अखंड पाठ साहब प्रारंभ करवाया। लागे एक तंबू लगवा लिया। तंबू दे विच बैठ गए ते पाठी नूं कहण लगे पाठ सब ने भाई उच्ची बोल के करना, असीं सारा पाठ आप श्रवण करांगे। 10वें पातशाह ने पहली बारी श्री दमदमा साहब अखंड पाठ सारा श्रवण किया 1762 च जदों इत्थे अर्थ कराए ने। तो श्री हजूर साहब दूसरा अखंड पाठ आप जी ने आप सारा श्रवण किया। 3 दिन बिना प्रशादे तो जल थोड़ा छकदे सी, किरिया कोई नहीं की। सतगुरु महाराज वा जदों समा होना उत्थे ही पटड़ा डाह के उत्थे ही वस्त्र उतार के उत्ते पानी पवा लेना, अमृत वेले जल पवा के वस्त्र पहन के फिर सज जाते। पाठी सिंह तो 48 घंटे सतगुरु ग्रंथ साहिब महाराज का पाठ श्रवण किया। इस वक्त तक आके भोग पिया अज दे दिन। और उस वक्त महाराज ने चिट्टा पोशाका पहनिया सी सिर तो लैके चरना तक। सतगुरु महाराज ने गुरु ग्रंथ साहिब के अगे मत्था टेकिया, सारी संगत नूं बुला लिया। बहुत भारी इकट्ठ, लंगर चलिया कई दिन, बड़ा भारी लंगर चलिया। उस वक्त सतगुरु महाराज सच्चे पातशाह ने सारे सिंघां नूं कहता भाई हुण साडा समा आ गया। तो इस करके हुण समा नेड़े है। अज तो असीं तुहानूं गुरु ग्रंथ साहिब दे लड़ ला चले। अपनी वड्डी गात्रे वाली सरी साहब उतार के गुरु ग्रंथ साहिब दे अगे रखी। जिहड़ी सरी साहब पहला बंदे बहादुर दे गल च जान बुझ के पाउण लगे सी कि देखिए पंथ साडा सावधान है कि नहीं। सो महाराज जी ने वड्डी गात्रे वाली सरी साहब जब बंदे बहादुर नूं तीर दिते, होर बख्शिशां कीतियां, वड्डी सरी साहब उहदे गात्रे पाउण लगे। भाई दया सिंह ने महाराज दी बांह पकड़ ली, महाराज इहनूं साडा गुरु बनाउणा जे। महाराज हस के कहंदे ये तां असीं तुहानूं परखण वास्ते कीता, असीं पाउणी नहीं सी। हुण सानूं इन्ना कुछ भरोसा हो गया भी साडा खालसा जागृत हो गया। 6वें पातशाह ने कहा सी कि 10वें स्वरूप तक असीं खालसे नूं अपने सारे गुण दे देंगे। इस करके महाराज ने वड्डी गात्रे वाली सरी साहब 5 पैसे नालिएर गुरु ग्रंथ साहिब दे अगे रखे। अते ताबिया भाई मनी सिंह जी नूं बिठाया सी। बहुतिਆਂ नूं पता नहीं ना है। ताबिया भाई मनी सिंह नूं बिठाया ते पिछे जिहड़े 5 प्यारे खड़े कीते सी भाई गुरबख्श सिंह जी शहीद दमदमी टकसाल दे मुखी भी रहे ने, 12वें 13वें मुखी ने। वो जिन्हां दा बुंगा श्री अकाल तख्त साहब दे पिछले पासे है, कदे जाओ दर्शन करियो। पिछले पासे श्री अकाल तख्त साहब दे एक बुंगा है भाई गुरबख्श सिंह दा। दूसरे प्यारे सी भाई बाबा दीप सिंह जी। तीसरे प्यारे सी भाई धर्म सिंह जी 5 प्यारिਆਂ ਵਿੱਚੋਂ। चौथे प्यारे सी भाई हर सिंह जी ਜਿਹੜੇ महाराज की डायरी लिखिया करते सी रोज दी। पहला भाई डायरी लिखिया करते भाई आलम सिंह ਜਿਹੜੇ चमकौर साहब शहीद हो गए सी। फिर 5वें ਜਿਹੜੇ प्यारे सी ताबिया खड़े कीते वो ਜਿਹੜੇ भाई संतोख सिंह जी श्री हजूर साहब दे सारिਆਂ नालों पहले हैड पुजारी होए ने। 10वें पातशाह ने थापे सी उस स्थान ते। 5वें वो खड़े सी। ये 5 सिंह ਜਿਹੜੇ सी ताबिया भाई मनी सिंह नूं भी खड़ा कीता ते इसे प्रकार 5 प्यारे नाल ते इसे तरह ही विच संगत। क्योंकि जदों जदों असीं ऐसियां चीज़ां इतिहास विच खोजदे हैं, महापुरुषां नूं पुछदे हैं अज इन्नी मर्यादा है भी कौन कौन खड़ा किवें किवें मर्यादा हुई। ये सारे नालों साडे कोल पुरातन बाबा मित सिंह जी हजूर साहब वाले होए ने। वो ये मर्यादा दस्सिया करते सी। बाबा गुरबचन सिंह जी खालसा नूं कहंदे ये सिंह खड़े होए सी ताबिया ते इन्नी संगत खड़ी हुई सी। ते महाराज सच्चे पातशाह ने फिर 5 परिक्रमा कीतियां। 5 बारी गुरु ग्रंथ साहिब नूं मत्था टेकिया सच्चे पातशाह ने। ते सतगुरु महाराज सच्चे पातशाह ने जो बचन कहे उन्होंने कविता रूप में ज्ञानी ज्ञान सिंह ने अंकित किया है।
पंथ प्रकाश दे विच। सो महाराज ने जो फिर उस वक्त बचन कहे वो आपां हर रोज काव्य रचना विच पढ़ते हैं। आग्या पई अकाल की तबे चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभ को मिलबो चाहे खोज शब्द में राज करेगा खालसा। आकी रहे न कोय ख्वार होए सब मिलेंगे, बचे शरण जो। इस प्रकार महाराज ने बचन संगत नूं करता भाई अज तो गुरु ग्रंथ साहिब महाराज तुहाडे सतगुरु ने, मेरे भी सतगुरु ने, मत्था सारे ने इन्हां नूं टेकना अज तो। फिर सतगुरु महाराज सच्चे पातशाह ने अज दूज का दिन है, तीज का दिन, चौथ का दिन, बहुत उपदेश दिता संगत नूं। जो जो जी ने पूछा महाराज ने कहा जो किसी का शंका पूछ लो। अज पंचमी वाले दिन भाई असीं चले जाना। फिर महाराज पंचमी वाले दिन वो फिर पंचमी वाले दिन विचार करांगे। फिर दोबारा सचखंड नूं गए। सतगुरु महाराज ने हजूर साहब भाई मनी सिंह दे बेनती करन ते दसम ग्रंथ बाणी लिखी सी। माता साहिब कौर जी के स्थान ते यह बाणी का उच्चारण किया। जिहड़ा परे गुरुद्वारा हीरा घाट है ना, उत्थे अर्थ कीते सी दसम ग्रंथ दे महाराज ने। ये बाबा मित सिंह जी दस्या कहते भाई इत्थे अर्थ कीते सीगे, इस करके इत्थे भाई मनी सिंह दे बेनती करन तो दसवें पातशाह ने आद श्री दसम ग्रंथ की बाणी उच्चारण की सी। तो महाराज दसवें पातशाह ने कहा सी जो पुछना है पाठियां दी मर्यादावां पुछियां सिंघां ने। महाराज जी फिर ये भी बेनतियां करते महाराज जी इस तरह कोई हो जाए रोग फिर सानू किहड़ा शब्द पढ़ना चाहिए, क्यों उदों फिर जो जो आया विराग दे विच जिन्ना कुछ आया सारा कुछ पूछया। वो एक ग्रंथ बनया पर वो ग्रंथ असलीयत विच ते नहीं लभ्या हुण तक। हाँ वैसे वो छपिया भी है, कईयां कोल है भी है, मैं देखा, पर असली कित्थे है नहीं पता, क्योंकि वो छपण तो बिना ही रह गया। मुक्त मार्ग उहदा नाम रख के चलिया वो ग्रंथ। वो कई चीज़ां फिर लोगों ने होर भी अपने कोलों विच पा दित्तियां, क्योंकि जिहड़ी चीज़ छप जाती है वो बाद च कोई पा नहीं सकता। छपण तो पहला जिवें कवि संतोख सिंह का ग्रंथ सूरज प्रकाश है, ये कई लोगों ने कई चीज़ां पाईयां। गुरु अर्जन देव जी ने गुरु ग्रंथ साहिब का स्वरूप ताइयों बीड़ जिहड़ी बन दित्ती, क्यों कई लोग अपनी अपनी बाणियां विच पाउणियां शुरू करतियां सी। सो इस करके सतगुरु महाराज जी ने सानू गुरु ग्रंथ साहिब लड़ लाया। महाराज ने कहा साडा दर्शन है, साडा हिरदा है, जो चाहोगे सो गुरु ग्रंथ साहिब महाराज बख्शिश करनगे। अरदास की, हुक्मनामा लिया, अब चल नगर गोबिंद गुरु का नाम जपत सुख पाया राम। ये मुख वाक श्री हजूर साहब आया सी ते संतां के कारज आप खलोया। ये मुख वाक श्री हरमंदर साहब पहले प्रकाश समय आया सी। तो इस प्रकार सतगुरु सच्चे पातशाह ने साडे ते बख्शिशां कीतियां ने। आओ एक मिनट लई हुण नाम नाल जुड़िए, समा काफी हो गया। वाहे गुरु वाहे गुरु